श्री वाहिगुरु साहिब जी। और जो पड़ोल फड़े सो मारे, और जो पड़ोल फड़े सो मारे। भाई रतन सिंह जी कहते हैं, सिख घल्लूघारे के दौरान ਵੱਖ-ਵੱਖ ਦਿਸ਼ਾਵਾਂ ਨੂੰ ਨਿਕਲੇ, ਕੁਝ ਪਹਾੜਾਂ ਨੂੰ ਚੜ ਗਏ, ਕੁਝ ਰਾਵੀ ਦਰਿਆ ਟੱਪਣ ਵਿੱਚ ਕਾਮਯਾਬ ਹੋ ਗਏ, ਕਈਆਂ ਨੇ ਸ਼ਹਾਦਤ ਦਾ ਜਾਮ ਪੀਤਾ, ਕਈ ਪਾਣੀ ਦੇ ਵਹਾਅ ਵਿੱਚ ਰੁੜ ਗਏ। ਜਿਹੜੇ ਸਿੱਖ ਪਹਾੜਾਂ ਨੂੰ ਗਏ ਸਨ, ਉਹਨਾਂ ਨੂੰ ਬਹੁਤ ਜ਼ਿਆਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਪਹਾੜੀ ਲੋਕਾਂ ਨੇ, ਪਹਾੜੀ ਫੌਜ ਨੇ ਉਹਨਾਂ ਸਿੱਖਾਂ ਦਾ ਬਹੁਤ ਜ਼ਿਆਦਾ ਵਿਰੋਧ ਕੀਤਾ। ਸਿੱਖ ਰਿਆਸਤਾਂ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਦਿਆਂ ਹੋਇਆ ਕੀਰਤਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ ਹਨ। ਇੱਥੇ ਦੂਜਿਆਂ ਜਥਿਆਂ ਨੂੰ ਚਿੱਠੇ ਲਿਖੇ ਗਏ ਹਨ ਤੇ ਸਿੱਖਾਂ ਦੀ ਗਿਣਤੀ ਵਿੱਚ ਵਾਧਾ ਹੋਣ ਲੱਗਾ। ਇੱਥੇ ਸਿੱਖ ਇਕੱਠੇ ਹੋਣ ਲੱਗੇ। ਇੱਥੇ ਫਿਰ ਪਤਾ ਲੱਗਾ, ਪਛਾਣ ਹੋਈ ਇੱਕ ਦੂਜੇ ਦੀ ਕਿ ਕਿਹੜੇ ਜਥੇ ਦੇ ਵਿੱਚ ਕਿਹੜਾ ਸਿੱਖ ਸ਼ਹਾਦਤ ਦਾ ਜਾਮ ਪੀ ਗਿਆ ਹੈ, ਕਿਹੜਾ ਫੱਟੜ ਹੋਇਆ ਹੈ, ਕਿਹਦੇ ਬਾਪ ਨੇ ਸ਼ਹਾਦਤ ਦਾ ਜਾਮ ਪੀਤਾ, ਕਿਹਦੇ ਭਾਈ ਨੇ ਸ਼ਹਾਦਤ ਦਾ ਜਾਮ ਪੀਤਾ। ਇੱਥੇ ਆ ਕੇ ਪਤਾ ਲੱਗਾ ਹੈ। ਭਾਈ ਰਤਨ ਸਿੰਘ ਜੀ ਕਹਿੰਦੇ ਹਨ, ਮੈਂ ਹੁਣ ਉਹਨਾਂ ਦੀ ਗੱਲ ਦੱਸਦਾ ਹਾਂ ਜਿਨ੍ਹਾਂ ਦੇ ਉੱਤੇ ਉਹ ਰਾਤ ਆਈ ਜਿਹਨੂੰ ਮੌਤ ਦੀ ਰਾਤ ਕਿਹਾ ਜਾਂਦਾ ਹੈ, ਜਿਨ੍ਹਾਂ ਦੇ ਉੱਤੇ ਮੌਤ ਨੇ ਆ ਕੇ ਸਰੀਰ ਵਿੱਚੋਂ ਪਿੰਜਰ ਉਡਾ ਕੇ ਲੈ ਜਾਣੇ ਹਨ। ਉਹਨਾਂ ਦੇ ਬਾਰੇ ਭਾਈ ਰਤਨ ਸਿੰਘ ਜੀ ਕਹਿੰਦੇ, ਮੈਂ ਦੱਸਦਾ ਹਾਂ ਕਿ ਉਹਨਾਂ ਨੂੰ ਕਿਵੇਂ ਫਿਰ ਮੌਤ ਨੇ ਆ ਕੇ ਖੜਿਆ ਹੈ। ਔਰ ਜੋ ਪੜੋਲ ਫੜੇ ਸੋ ਮਾਰੇ, ਜਿਹੜੇ ਪੜੋਲ ਨਗਰ ਦੇ ਵਿੱਚੋਂ ਸਿੱਖ ਗ੍ਰਿਫਤਾਰ ਕੀਤੇ ਗਏ, ਉਹਨਾਂ ਸਾਰਿਆਂ ਨੂੰ ਹੀ ਪਹਾੜੀਆਂ ਨੇ ਫੜ ਲਿਆ ਅਤੇ ਫੜ ਕੇ ਉਹਨਾਂ ਸਾਰਿਆਂ ਨੂੰ ਹੀ ਮਾਰ ਦਿੱਤਾ। ਕਈ ਪਹਾੜਨ ਮੈਂ ਰਹੇ ਹਾਰੇ, ਕਈ ਪਹਾੜਨ ਮੈਂ ਰਹੇ ਹਾਰੇ। ਭਾਈ ਜੀ ਕਹਿੰਦੇ ਹਨ, ਕਈ ਸਿੱਖ ਪਹਾੜਾਂ ਦੇ ਵਿੱਚ ਸ਼ਹਾਦਤ ਦਾ ਜਾਮ ਪੀ ਗਏ, ਕਈਆਂ ਨੇ ਮੁਸ਼ਕਲਾਂ ਦਾ ਸਾਹਮਣਾ ਕੀਤਾ, ਕਿਉਂਕਿ ਭੁੱਖ ਦੇ ਕਾਰਨ ਸਰੀਰਾਂ ਦੇ ਵਿੱਚ ਕੋਈ ਤਾਕਤ ਨਹੀਂ ਹੈ, ਸਰੀਰਾਂ ਦੇ ਵਿੱਚ ਕੋਈ ਬਲ ਨਹੀਂ ਹੈ, ਜਿਸ ਕਰਕੇ ਇੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜਿਸ ਕਰਕੇ ਪਹਾੜਾਂ ਦੇ ਵਿੱਚ ਕਈ ਸਿੱਖ ਜਿਹੜੇ ਭੁੱਖ ਦੇ ਵੱਲੋਂ ਹਾਰ ਕੇ ਮੌਤ ਦੇ ਮੂੰਹ ਦੇ ਵਿੱਚ ਪੈ ਗਏ, ਕਿਉਂਕਿ ਮੌਤ ਜਿਹੜੀ ਪ੍ਰਮਾਤਮਾ ਦੇ ਵੱਲੋਂ ਨਿਸ਼ਚਿਤ ਕੀਤੀ ਗਈ ਹੈ, ਉਹ ਕਿਹੜੇ ਢੰਗ ਨਾਲ ਆਉਣੀ ਹੈ, ਕਿਸ ਜਗ੍ਹਾ ਤੇ ਆਉਣੀ ਹੈ ਤੇ ਕਦੋਂ ਆਉਣੀ ਹੈ, ਇਹ ਕੇਵਲ ਪ੍ਰਮਾਤਮਾ ਹੀ ਜਾਣਦਾ ਹੈ। ਕਿਉਂਕਿ ਕਿਆ ਜਾਣਾ ਕਿ ਮਰਹਿਗੇ ਕੈਸਾ ਮਰਨਾ ਹੋਏ, ਕੋਈ ਪਤਾ ਨਹੀਂ ਕਦੋਂ ਮਰਨਾ, ਕਿਵੇਂ ਮਰਨਾ ਤੇ ਕਿਹੜੇ ਤਰੀਕੇ ਨਾਲ ਮਰਨਾ ਹੈ। ਜਿਸ ਜਿਸ ਤਰੀਕੇ ਦੇ ਨਾਲ ਪ੍ਰਮਾਤਮਾ ਨੇ ਮਨੁੱਖ ਦੀ ਮੌਤ ਲਿਖੀ ਹੈ, ਅਤੇ ਜਿਣਕੀ ਚੀਰੀ ਦਰਗਾਹ ਪਾਟੀ ਤਿੰਨਾ ਮਰਨਾ ਭਾਈ, ਜਿਨ੍ਹਾਂ ਦੀ ਚੀਰੀ ਤੋਂ ਭਾਵ ਕਿ ਹੁਕਮ ਆ ਗਿਆ ਪ੍ਰਮਾਤਮਾ ਦੀ ਦਰਗਾਹ ਦੇ ਵਿੱਚੋਂ ਮੌਤ ਦਾ, ਉਹਨਾਂ ਨੇ ਹੀ ਮਰਨਾ ਹੈ। ਤੇ ਕਿਹੜੇ ਢੰਗ ਤਰੀਕੇ ਨਾਲ ਮਰਨਾ ਹੈ, ਇਹਦੇ ਬਾਰੇ ਕੇਵਲ ਕੱਲਾ ਪ੍ਰਮਾਤਮਾ ਹੀ ਜਾਣਦਾ ਹੈ। ਕਿਉਂਕਿ ਕਈਆਂ ਨੂੰ ਮੰਜੇ ਤੇ ਨਰਕ ਝੱਲਦਿਆਂ ਹੋਇਆ ਮੌਤ ਮਿਲਦੀ ਹੈ, ਕਈਆਂ ਨੂੰ ਮੈਦਾਨੇ ਜੰਗ ਦੇ ਵਿੱਚ ਜੂਝਦਿਆਂ ਹੋਇਆ ਮੌਤ ਗਲੇ ਲਾ ਕੇ ਲੈ ਜਾਂਦੀ ਹੈ, ਕਈਆਂ ਨੂੰ ਜ਼ਖਮ ਦਿੱਤੇ ਜਾਂਦੇ ਹਨ, ਸੂਰਮੇ ਜ਼ਖਮੀ ਹੋ ਜਾਂਦੇ ਹਨ ਅਤੇ ਉਹਨਾਂ ਜ਼ਖਮਾਂ ਦੇ ਦਰਦ ਦੇ ਨਾਲ ਜਿਹੜਾ ਸ਼ਹਾਦਤ ਦਾ ਜਾਮ ਪੀਂਦੇ ਹਨ। ਕਈਆਂ ਨੂੰ ਤਸੀਹੇ ਦਿੱਤੇ ਜਾਂਦੇ ਹਨ, ਕਈਆਂ ਨੂੰ ਜਿਹੜਾ ਵਾ ਬਿਮਾਰੀ ਆ ਕੇ ਲੈ ਜਾਂਦੀ ਹੈ। ਭਾਵ ਕਿ ਕਿਹੜੇ ਕਿਹੜੇ ਢੰਗ ਤਰੀਕੇ ਨਾਲ ਮਨੁੱਖ ਦੀ ਪ੍ਰਮਾਤਮਾ ਦੇ ਵੱਲੋਂ ਮੌਤ ਨਿਸ਼ਚਿਤ ਕੀਤੀ ਗਈ ਹੈ, ਇਹ ਢੰਗ ਤਰੀਕਾ ਕੇਵਲ ਕੱਲਾ ਪ੍ਰਮਾਤਮਾ ਜਾਣਦਾ ਹੈ। ਇਹਦੇ ਬਾਰੇ ਮਨੁੱਖ ਕੋਈ ਵੀ ਨਹੀਂ ਦਾਅਵਾ ਕਰ ਸਕਦਾ ਕਿ ਮੈਨੂੰ ਫਲਾਣੇ ਤਰੀਕੇ ਨਾਲ ਮੌਤ ਆਵੇਗੀ, ਮੈਂ ਇਸ ਤਰੀਕੇ ਦੇ ਨਾਲ ਮਰਾਂਗਾ।
ਹਾਲਾਂਕਿ ਇੱਛਾ ਸਾਰਿਆਂ ਦੀ ਇਹੋ ਹੁੰਦੀ ਹੈ ਕਿ ਸਾਨੂੰ ਸੁਚੱਜੀ ਮੌਤ ਮਿਲੇ, ਕੋਈ ਸਾਨੂੰ ਦੁੱਖ ਨਾ ਲੱਗੇ, ਸਾਨੂੰ ਮੰਜੇ ਦਾ ਨਰਕ ਨਾ ਝੱਲਣਾ ਪਵੇ, ਅਸੀਂ ਜਿਹੜਾ ਆਰਾਮ ਦੀ ਮੌਤ ਮਰੀਏ, ਰਾਤ ਨੂੰ ਸੁੱਤੇ ਹੋਈਏ ਤੇ ਸੁੱਤਿਆਂ ਸੁੱਤਿਆਂ ਪਿੰਜਰ ਬਾਹਰ ਨਿਕਲ ਜਾਵੇ। ਏਦਾਂ ਦੀ ਮੌਤ ਹਰ ਕੋਈ ਮੰਗਦਾ ਹੈ, ਪਰ ਏਦਾਂ ਦੀ ਮੌਤ ਮਨੁੱਖ ਮੰਗਦਾ ਹੈ, ਪਰ ਪ੍ਰਮਾਤਮਾ ਜਿਸ ਤਰੀਕੇ ਨਾਲ ਮੌਤ ਨੂੰ ਨਿਸ਼ਚਿਤ ਕੀਤਾ ਹੋਇਆ ਹੈ, ਉਸ ਢੰਗ ਤਰੀਕੇ ਨਾਲ ਵਾਰੀ ਆਪੋ ਆਪਣੀ, ਕੋਈ ਨਾ ਬੰਦੇ ਧੀਰ ਜਦੋਂ ਵਾਰੀ ਆਈ, ਮੌਤ ਨੇ ਉਸ ਢੰਗ ਤਰੀਕੇ ਨਾਲ ਆਉਣਾ ਹੈ, ਉਸ ਜਗ੍ਹਾ ਤੇ ਆ ਜਾਣਾ ਹੈ, ਤੇ ਉਸ ਜਗ੍ਹਾ ਤੇ ਆ ਕੇ ਮਨੁੱਖ ਦੇ ਪਿੰਜਰ ਦੇ ਵਿੱਚੋਂ, ਮਨੁੱਖ ਦੇ ਸਰੀਰ ਦੇ ਵਿੱਚੋਂ ਆਤਮਾ ਨੂੰ ਕੱਢ ਕੇ ਲੈ ਜਾਣਾ ਹੈ। ਹੁਣ ਇਸੇ ਢੰਗ ਤਰੀਕੇ ਦੇ ਨਾਲ ਕਈ ਸਿੱਖ ਜਿਹੜੇ ਹਨ ਉਸ ਕਾਹਨੂੰਵਾਲ ਦੇ ਛੰਭ ਵਿੱਚ ਸ਼ਹੀਦ ਹੋਏ ਹਨ, ਕਈ ਸਿੱਖ ਰਾਵੀ ਦੀ ਭੇਟਾ ਚੜੇ ਹਨ, ਕਈ ਸਿੱਖਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਕਈ ਸਿੱਖ ਜੂਝਦਿਆਂ ਹੋਇਆਂ ਸ਼ਹੀਦ ਹੋਏ ਹਨ, ਤੇ ਕਈ ਸਿੱਖ ਕਈ ਪਹਾੜੀਆਂ ਮੈਂ ਰਹੇ ਹਾਰੇ, ਕਈ ਜਿਹੜੇ ਪਹਾੜਾਂ ਦੇ ਵਿੱਚ ਗਏ ਤੇ ਉਹਨਾਂ ਨੂੰ ਪਹਾੜਾਂ ਦੇ ਲੋਕਾਂ ਨਾਲ ਸਾਹਮਣਾ ਕਰਨਾ ਪਿਆ, ਤੇ ਕਈਆਂ ਨੂੰ ਭੁੱਖ ਦੇ ਅੱਗੇ ਹਾਰਨਾ ਪਿਆ। ਭੁੱਖ ਜਿਹੜੀ ਉਹਨਾਂ ਦੀ ਮੌਤ ਦਾ ਕਾਰਨ ਬਣ ਗਈ। ਭੁੱਖ ਦੇ ਤੰਗ ਦਿਲੀ ਦੇ ਨਾਲ ਕਈਆਂ ਨੂੰ ਆਪਣੇ ਸਰੀਰ ਜਿਹੜੇ ਤਿਆਗਣੇ ਪਏ। ਬਹੁਤੇ ਜੇਹਲ ਬਸੋਲੀਆਂ ਕਰਕੇ, ਬਹੁਤੇ ਜੇਹਲ ਬਸੋਲੀਆਂ ਕਰਕੇ, ਤੇ ਕਈਆਂ ਨੂੰ ਬਸੋਲੀ ਦੇ ਜੇਲ੍ਹਾਂ ਦੇ ਵਿੱਚ ਡੱਕ ਦਿੱਤਾ, ਬੰਦ ਕਰ ਦਿੱਤਾ। ਕਈਆਂ ਨੂੰ ਉੱਥੇ ਕਾਲੇ ਪਾਣੀ ਦੀ ਸਜ਼ਾ ਸੁਣਾ ਦਿੱਤੀ, ਕਈਆਂ ਨੂੰ ਉੱਥੇ ਕੈਦ ਕਰ ਦਿੱਤਾ। ਅਤੇ ਇਸ ਢੰਗ ਤਰੀਕੇ ਦੇ ਨਾਲ ਭਾਈ ਰਤਨ ਸਿੰਘ ਜੀ ਕਹਿੰਦੇ ਹਨ ਕਿ ਉਹ ਜਿਹੜੀ ਬਿਰਧਨ ਰਾਤ, ਉਹ ਮੌਤ ਦੀ ਰਾਤ ਆਈ, ਜਿਸ ਢੰਗ ਤਰੀਕੇ ਨਾਲ ਕਿਸੇ ਕਿਸੇ ਦੀ ਕਿਹੜੇ ਕਿਹੜੇ ਮੌਤ ਲਿਖੀ ਹੋਈ ਸੀ, ਉਸ ਢੰਗ ਤਰੀਕੇ ਦੇ ਨਾਲ ਮੌਤ ਨੇ ਆ ਕੇ ਸਰੀਰਾਂ ਦੇ ਵਿੱਚੋਂ ਪਿੰਜਰ ਲੈ ਲਏ, ਸਰੀਰਾਂ ਦੇ ਵਿੱਚੋਂ ਆਤਮਾ ਨੂੰ ਲੈ ਲਿਆ। ਹੱਥ ਹਥੌੜੀ ਗਲ ਟੰਗ ਭਰ ਕੇ, ਹੱਥ ਹਥੌੜੀ ਗਲ ਟੰਗ ਭਰ ਕੇ ਕਈਆਂ ਨੂੰ ਗ੍ਰਿਫਤਾਰ ਕੀਤਾ ਗਿਆ। ਉਹਨਾਂ ਦੀਆਂ ਗਲਾਂ ਦੇ ਵਿੱਚ ਸੰਗਲ ਪਾਏ ਗਏ ਤੇ ਹੱਥਾਂ ਦੇ ਉੱਤੇ ਹੱਥ ਘੜੀਆਂ ਲਾ ਲਈਆਂ ਗਈਆਂ। ਪਾਸ ਨਵਾਬ ਗਏ ਤੇ ਸਾਰੇ, ਪਾਸ ਨਵਾਬ ਗਏ ਸੇ ਸਾਰੇ, ਤੇ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਲਾਹੌਰ ਜਹੀਆ ਖਾਨ ਨਵਾਬ ਦੇ ਅੱਗੇ ਪੇਸ਼ ਕਰ ਦਿੱਤਾ। ਉਨਕੇ ਸੀਸਨ ਬੁਰਜ ਉਸਾਰੇ, ਉਨਕੇ ਸੀਸਨ ਬੁਰਜ ਉਸਾਰੇ, ਤੇ ਲਾਹੌਰ ਦੇ ਵਿੱਚ ਉਹਨਾਂ ਨੂੰ ਵੀ ਅੱਤ ਦੇ ਤਸੀਹੇ ਦੇ ਕੇ, ਉਹਨਾਂ ਉੱਤੇ ਵੀ ਅੱਤ ਦਾ ਜ਼ੁਲਮ ਕਰਕੇ ਉਹਨਾਂ ਨੂੰ ਹਰਾਉਣਾ ਚਾਹਿਆ ਕਿ ਸਾਡੀ ਇਹ ਗੱਲ ਮੰਨ ਲੈਣ, ਮੁਸਲਮਾਨ ਬਣ ਜਾਣ। ਉਹਨਾਂ ਨੇ ਤਸੀਹਿਆਂ ਨੂੰ ਝੱਲਦਿਆਂ ਹੋਇਆ ਜਦੋਂ ਨਹੀਂ ਹਾਰ ਮੰਨੀ, ਤੇ ਜਹੀਆ ਖਾਨ ਦੇ ਵੱਲੋਂ ਉਹਨਾਂ ਦੇ ਸਿਰ ਵੱਢ ਲਏ ਗਏ ਅਤੇ ਉਹਨਾਂ ਨੂੰ ਕੰਧਾਂ ਦੀਆਂ ਨੀਹਾਂ ਦੇ ਵਿੱਚ ਚਿਣ ਦਿੱਤਾ ਗਿਆ। ਕਈਆਂ ਦੇ ਸਿਰ ਜਿਹੜੇ ਉਹ ਸ਼ਾਹੀ ਮਹਿਲ ਦੇ ਨਾਲ ਟੰਗ ਦਿੱਤੇ ਗਏ। ਬੱਚੇ ਸਿੰਘ ਕਿਛ ਹਿੱਸਾ ਥੋੜਾ, ਬੱਚੇ ਸਿੰਘ ਕਿਛ ਹਿੱਸਾ ਥੋੜਾ। ਇਸ ਛੋਟੇ ਘੱਲੂ ਘਾਰੇ ਦੇ ਵਿੱਚ ਕੁਝ ਕੁ ਛੋਟਾ ਜਿਹਾ ਹਿੱਸਾ ਹੀ ਸਿੱਖਾਂ ਦਾ ਬਚਿਆ ਹੈ, ਬਾਕੀ ਸਾਰੇ ਰੰਗ ਗ੍ਰਿਫਤਾਰ ਕਰਕੇ ਮਾਰ ਦਿੱਤੇ ਗਏ, ਜਾਂ ਪਾਣੀ ਦੀ ਭੇਟਾ ਚੜ ਕੇ ਸ਼ਹਾਦਤ ਦਾ ਜਾਮ ਪੀ ਗਏ, ਤੇ ਜਾਂ ਫਿਰ ਛੋਟੇ ਘੱਲੂ ਘਾਰੇ ਦੇ ਦੌਰਾਨ ਲੜਦਿਆਂ ਹੋਇਆਂ ਸ਼ਹਾਦਤ ਦਾ ਜਾਮ ਪੀ ਗਏ। ਛੋਟਾ ਜਿਹਾ ਹਿੱਸਾ ਹੀ ਸਿੱਖਾਂ ਦਾ ਬਚ ਗਿਆ, ਥੋੜੇ ਜਿਹੇ ਸਿੱਖ ਹੀ ਬਚ ਗਏ। ਰਹੇ ਉਨ ਤਿਨ ਪੈ ਚੜਨੋ ਘੋੜਾ, ਰਹੇ ਉਨ ਤਿਨ ਪੈ ਚੜਨੋ ਘੋੜਾ। ਤੇ ਉਹਨਾਂ ਵਿਚਾਰਿਆਂ ਦੇ ਕੋਲ ਵੀ ਜਿਹੜਾ ਕੋਈ ਚੰਗਾ ਘੋੜਾ ਨਹੀਂ ਹੈ, ਚੰਗਾ ਲੀੜਾ ਨਹੀਂ ਹੈ, ਕੋਈ ਰਸਤ ਪਾਣੀ ਨਹੀਂ, ਕੋਈ ਪ੍ਰਬੰਧ ਨਹੀਂ ਹੈ ਕਿ ਆਪਣਾ ਪ੍ਰਬੰਧ ਕਰ ਸਕਣ। ਕੋਲ ਭਾਵ ਕੀ ਕੁਝ ਵੀ ਉਹਨਾਂ ਦੇ ਕੋਲ ਨਹੀਂ ਰਹਿਆ। ਸੁਖਾ ਸਿੰਘ ਸੰਗ ਜੋ ਗਏ, ਹਜ਼ਾਰ ਦੋਇ ਕੈ ਤੀਨ। ਸੁਖਾ ਸਿੰਘ ਸੰਗ ਜੋ ਗਏ, ਹਜ਼ਾਰ ਦੋਇ ਕੈ ਤੀਨ। ਭਾਈ ਸੁਖਾ ਸਿੰਘ ਦੀ ਮਾੜੀ ਕੰਬੋਕੀ ਵਾਲੇ ਦੀ ਅਗਵਾਈ ਵਿੱਚ, ਭਾਈ ਜੱਸਾ ਸਿੰਘ ਆਲੂਵਾਲੀਆ ਸੁਲਤਾਨੇ ਕੌਮ ਦੀ ਅਗਵਾਈ ਵਿੱਚ, ਤੇ ਨਵਾਬ ਕਪੂਰ ਸਿੰਘ ਜੀ ਦੀ ਅਗਵਾਈ ਵਿੱਚ ਇਹ ਸਿੱਖ ਮੱਲਾ ਮਾਰਦਿਆਂ ਹੋਇਆ ਮਾਲਵੇ ਦੀ ਧਰਤੀ ਜਾਤੂ ਪਿੰਡ ਦੇ ਵਿੱਚ ਪਹੁੰਚੇ ਹਨ। ਅਤੇ ਇਹਨਾਂ ਦੇ ਨਾਲ ਸਿਰਫ 2000 ਤੋਂ ਲੈ ਕੇ 3000 ਦੇ ਕਰੀਬ ਸਿੱਖ ਹਨ। ਲਗਭਗ 3000 ਸਿੱਖ ਜਿਹੜੇ ਹਨ ਉਹ ਆਪਣੀ ਜਾਨ ਬਚਾ ਕੇ
ਮਾਲਵੇ ਦੀ ਧਰਤੀ ਤੇ ਪਹੁੰਚੇ ਹਨ। ਇਨ ਪੈ ਘੋੜੇ ਜੋ ਬਚਿਓ ਬੀਜ ਮਾਤਰ ਗਿਨ ਲੀਨ। ਇਨ ਪੈ ਘੋੜੋ ਜੋ ਬਚਿਓ ਬੀਜ ਮਾਤਰ ਗਿਣ ਲੀਨ। ਤੇ ਇਹਨਾਂ ਸਿੰਘਾਂ ਦੇ ਕੋਲ ਵੀ ਜਿਹੜੇ ਘੋੜੇ ਹਨ ਉਹ ਬੀਜ ਮਾਤਰ ਹਨ। ਬੀਜ ਮਾਤਰ ਤੋਂ ਭਾਵ ਕਿ ਥੋੜੇ ਹੀ ਹਨ, ਭਾਵ ਕਿ ਘੋੜਿਆਂ ਵਾਲੇ ਜਿਹੜੇ ਸਿੰਘ ਹਨ ਉਹ ਥੋੜੇ ਹਨ, ਪੈਦਲ ਸਿੱਖ ਜ਼ਿਆਦਾ ਹਨ। ਘੋੜਿਆਂ ਵਾਲੀ ਗਿਣਤੀ ਥੋੜੀ ਹੈ ਅਤੇ ਪੈਦਲ ਗਿਣਤੀ ਜਿਹੜੀ ਸਿੱਖਾਂ ਦੀ ਜ਼ਿਆਦੀ ਹੈ, ਜਿਹੜੀ ਮਾਲਵੇ ਦੀ ਧਰਤੀ ਤੇ ਪਹੁੰਚੇ ਹਨ। ਕਹੂ ਕਹੇ ਮੋਇ 40,000। ਕਹੂ ਕਹੇ ਮੋਇ 40,000। ਭਾਈ ਰਤਨ ਸਿੰਘ ਜੀ ਕਹਿੰਦੇ ਹਨ ਕਿ ਇਸ ਛੋਟੇ ਘੱਲੂ ਘਾਰੇ ਦੇ ਵਿੱਚ ਵਾਪਰਿਆ ਹੋਇਆ ਇਸ ਜਿਹੜਾ ਘੱਲੂ ਘਾਰਾ ਹੈ, ਇਸ ਦੇ ਵਿੱਚ ਸਿੱਖਾਂ ਦੀ ਗਿਣਤੀ ਜਿਹੜੀ ਕਈ ਸਿੱਖ ਕਹਿੰਦੇ ਕਿ 40,000 ਹੈ, ਕਈ ਸਿੱਖ ਕਹਿੰਦੇ ਹਨ ਕਿ ਨਹੀਂ 7,000 ਤੋਂ ਲੈ ਕੇ 10,000 ਹੈ, ਕਿਉਂਕਿ ਇਹ ਵਿਦਵਾਨਾਂ ਦੀ ਆਪੋ ਆਪਣੀ ਰਾਏ ਹੈ। ਤੇ ਜਿਉਂ-ਜਿਉਂ ਵਿਦਵਾਨ ਇਤਿਹਾਸ ਨੂੰ ਖੋਜਣਗੇ, ਕਿਉਂਕਿ ਇਤਿਹਾਸ ਜਿਹੜਾ ਹਮੇਸ਼ਾ ਖੋਜ ਦਾ ਮੁਖਿਆਜ ਹੈ, ਜਿੰਨਾ ਕੋਈ ਇਹਨੂੰ ਖੋਜਣ ਦੀ ਕੋਸ਼ਿਸ਼ ਕਰੇਗਾ ਉਹਨੂੰ ਨਵੀਂ ਚੀਜ਼ ਹੀ ਲੱਭੇਗੀ, ਕਿਉਂਕਿ ਇਤਿਹਾਸ ਹਮੇਸ਼ਾ ਖੋਜ ਦੇ ਨਾਲ ਪ੍ਰਗਟ ਹੁੰਦਾ ਹੈ ਤੇ ਨਵੀਂ ਤੋਂ ਨਵੀਂ ਗੱਲ ਜਿਹੜੀ ਸੰਸਾਰ ਦੇ ਸਾਹਮਣੇ ਆਉਂਦੀ ਹੈ। ਇਸੇ ਤਰੀਕੇ ਦੇ ਨਾਲ ਜਿਉਂ-ਜਿਉਂ ਵਿਦਵਾਨਾਂ ਨੇ ਇਸ ਛੋਟੇ ਘੱਲੂ ਘਾਰੇ ਦੀ ਗਿਣਤੀ ਨੂੰ ਜਿਹੜਾ ਘੋਖਣਾ ਚਾਹਿਆ, ਇਹਦਾ ਅਧਿਐਨ ਕਰਨਾ ਚਾਹਿਆ ਕਿ ਕਿੰਨੇ ਸਿੱਖ ਸ਼ਹੀਦ ਹੋਏ ਹਨ, ਕਿੰਨੇ ਜ਼ਖਮੀ ਹੋਏ ਹਨ, ਕਿੰਨੇ ਗ੍ਰਿਫਤਾਰ ਕੀਤੇ ਗਏ ਹਨ, ਉਹਨਾਂ ਸਾਰਿਆਂ ਸਿੱਖਾਂ ਦੀ ਗਿਣਤੀ ਦਾ ਅੰਦਾਜ਼ਾ ਲਾ ਕੇ ਵੱਖ-ਵੱਖ ਸਿੱਖਾਂ ਨੇ, ਵੱਖ-ਵੱਖ ਵਿਦਵਾਨਾਂ ਨੇ ਆਪਣੀ ਗਿਣਤੀ ਦੱਸ ਦਿੱਤੀ। ਕਈ ਵਿਦਵਾਨ ਕਹਿੰਦੇ ਹਨ ਕਿ ਇਸ ਛੋਟੇ ਘੱਲੂ ਘਾਰੇ ਵਿੱਚ ਮਾਰੇ ਹੋਏ ਜਿਹੜੇ ਸਿੱਖ ਹਨ, ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਪੀਤਾ ਹੈ, ਉਹਨਾਂ ਦੀ ਗਿਣਤੀ 40,000 ਹੈ। ਪਰ ਜਿਹੜੇ ਵਿਦਵਾਨ ਬਹੁਤਾਤ ਵਿੱਚ ਹਨ, ਜਿਨ੍ਹਾਂ ਦਾ ਪਲੜਾ ਗਿਣਤੀ ਵਿੱਚ ਵੱਧ ਵੀ ਹੈ ਅਤੇ ਸਾਰੇ ਇੱਕ ਸਾਰ ਮੱਤ ਰੱਖਦੇ ਹਨ, ਉਹਨਾਂ ਦੀ ਗਿਣਤੀ ਜਿਹੜੀ ਉਹ 7,000 ਤੋਂ ਲੈ ਕੇ 10,000 ਤੱਕ ਹੈ। ਤਾਂ ਕਰਕੇ ਇਹਨੂੰ ਛੋਟਾ ਘੱਲੂ ਘਾਰਾ ਵੀ ਕਿਹਾ ਜਾਂਦਾ ਹੈ, ਕਿਉਂਕਿ ਜਿਹੜੀ 40,000 ਦੀ ਗਿਣਤੀ ਆਉਂਦੀ ਹੈ ਉਹ ਵੱਡੇ ਘੱਲੂ ਘਾਰੇ ਦੀ ਕੁੱਪ ਹੇੜੇ ਦੇ ਮੈਦਾਨ ਵਿੱਚ ਮਲੇਰਕੋਟਲੇ ਲਾਗੇ ਜੋ ਵਾਪਰਿਆ ਹੈ, ਜਿਹੜਾ ਪ੍ਰਸੰਗ ਅੱਗੇ ਆਵੇਗਾ ਆਪਾਂ ਵਾਚਾਂਗੇ, ਉੱਥੇ ਜਿਹੜਾ ਗਿਣਤੀ ਸਿੱਖਾਂ ਦੀ ਸ਼ਹਾਦਤ ਦੀ ਹੈ ਉਹ 35,000 ਤੋਂ ਲੈ ਕੇ ਤੇ 50,000 ਤੱਕ ਦੀ ਹੈ। ਉੱਥੇ ਜਿਹੜੀ ਗਿਣਤੀ 40,000 ਪਲੱਸ ਹੈ, ਪਰ ਇੱਥੇ ਜਿਹੜੀ ਗਿਣਤੀ ਹੈ ਉਹ ਤਕਰੀਬਨ 7,000 ਦੀ ਹੈ। ਇਹ ਵਿਦਵਾਨਾਂ ਦੀ ਵੱਖ-ਵੱਖ ਰਾਏ ਹੈ ਤੇ ਭਾਈ ਰਤਨ ਸਿੰਘ ਨੇ ਇਸ ਸ਼ੰਕੇ ਨੂੰ ਮਿਟਾਉਂਦਿਆਂ ਤਾਈਓ ਕਹਿ ਦਿੱਤਾ, ਕੋ ਕਹੈ, ਕਹਿੰਦੇ ਕਈ ਕਹਿੰਦੇ ਹਨ ਮੋਏ 40,000 ਕਿ ਕਈ ਕਹਿੰਦੇ ਹਨ ਕਿ ਇਸ ਘੱਲੂ ਘਾਰੇ ਵਿੱਚ 40,000 ਸਿੱਖਾਂ ਨੇ ਸ਼ਹਾਦਤ ਦਾ ਜਾਮ ਪੀਤਾ ਹੈ। ਕੋ ਕਹੈ ਸਿੰਘ ਬਹੁ ਪੈ ਮਾਰ। ਕੋ ਕਹੈ ਸਿੰਘ ਬਹੁ ਪੈ ਮਾਰ। ਕਈ ਸਿੱਖ ਜਿਹੜੇ ਗਿਣਤੀ ਨਹੀਂ ਦੱਸਦੇ ਕਿ ਉਹ ਕਿੰਨੀ ਗਿਣਤੀ ਵਿੱਚ ਸਿੱਖਾਂ ਨੇ ਸ਼ਹਾਦਤ ਦਾ ਜਾਮ ਪੀਤਾ ਹੈ, ਸ਼ਹੀਦੀਆਂ ਪਾਈਆਂ ਹਨ। ਉਹਨਾਂ ਨੇ ਸਿਰਫ ਇਹ ਕਹਿ ਦਿੱਤਾ ਕਈ, ਤੇ ਕਈ ਜਿਹੜੇ ਉਹ ਗਿਣਤੀ ਵਿੱਚ ਨਹੀਂ ਆਉਂਦੇ, ਕਈ ਜਿਹੜੇ ਉਹ ਹਜ਼ਾਰਾਂ ਵਿੱਚ ਵੀ ਆ ਜਾਂਦੇ ਹਨ, ਕਈ ਉਹ ਲੱਖਾਂ ਵਿੱਚ ਵੀ ਆ ਜਾਂਦੇ ਹਨ, ਕਈ ਜਿਹੜੇ ਉਹ ਬੇਅੰਤਾਂ ਵਿੱਚ ਵੀ ਆ ਜਾਂਦੇ ਹਨ। ਕਿਉਂਕਿ ਬਾਣੀ ਦੇ ਵਿੱਚ ਸਤਿਗੁਰੂ ਜੀ ਨੇ ਜਦੋਂ ਗਿਣਤੀ ਦੀ ਗੱਲ ਕੀਤੀ ਹੈ ਤੇ ਸਤਿਗੁਰੂ ਜੀ ਨੇ ਜਿੱਥੇ ਇੱਕ ਸ਼ਬਦ ਇੱਕ ਗਿਣਤੀ ਦਾ ਲਿਆਂਦਾ ਹੈ, 2 ਲਿਆਂਦਾ ਹੈ, 4 ਲਿਆਂਦਾ ਹੈ, 17 ਲਿਆਂਦਾ ਹੈ, ਉੱਥੇ ਸਤਿਗੁਰੂ ਜੀ ਨੇ ਮਨੁੱਖ ਨੂੰ ਗਿਆਨ ਤੋਂ ਜਾਣੂ ਕਰਾਉਂਦਿਆਂ ਹੋਇਆ ਇਹ ਵੀ ਸ਼ਬਦ ਵਰਤਿਆ ਹੈ ਕਿ ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ ਤਾਉ, ਕਿਉਂਕਿ ਅਸੰਖ ਦੀ ਕੋਈ ਗਿਣਤੀ ਨਹੀਂ ਹੈ, ਉਹ ਬੇਅੰਤ ਹਨ। ਬੇਅੰਤ ਭਾਵੇਂ ਉਹ ਹਜ਼ਾਰਾਂ ਹੋ ਜਾਣ ਤੇ ਬੇਅੰਤ ਭਾਵੇਂ ਉਹ ਕਰੋੜਾਂ ਹੋ ਜਾਵੇ, ਬੇਅੰਤ ਦੀ ਕੋਈ ਵੀ ਗਿਣਤੀ ਨਹੀਂ ਹੁੰਦੀ। ਇਸੇ ਤਰੀਕੇ ਨਾਲ ਗੁਰੂ ਅਰਜਨ ਦੇਵ ਪਾਤਸ਼ਾਹ ਇੱਕ ਸ਼ਬਦ ਵਰਤਦੇ ਹਨ, ਕਈ ਜਨਮ ਪਏ ਕੀਟ ਪਤੰਗਾ। ਹੁਣ ਆਮ ਕਰਕੇ ਤੇ ਬਾਣੀ ਦੇ ਵਿੱਚ ਵੀ ਇੱਕ ਬਚਨ ਆਉਂਦਾ ਹੈ ਕਿ 84 ਲੱਖ ਜੋਨ ਉਪਾਈ ਮਾਨਸ ਕੋ ਪ੍ਰਭ ਦੀ ਵਡਿਆਈ। 84 ਲੱਖ ਦਾ ਜ਼ਿਕਰ ਸਤਿਗੁਰੂ ਨੇ ਬਾਣੀ ਵਿੱਚ ਕੀਤਾ, ਬੜੀ ਵਾਰ ਜ਼ਿਕਰ ਕੀਤਾ ਹੈ, ਪਰ ਸਤਿਗੁਰੂ ਜੀ ਨੇ ਨਾਲ ਮਨੁੱਖ ਨੂੰ ਸੁਚੇਤ ਵੀ ਕੀਤਾ ਹੈ ਕਿ ਇਹ ਮਤਾ ਸਮਝਣਾ ਕਿ 84 ਲੱਖ ਜੂਨਾਂ ਹਨ, ਕਿਉਂਕਿ 84 ਲੱਖ ਜਿਹੜਾ ਸ਼ਬਦ ਵਰਤਿਆ ਗਿਆ ਹੈ ਇਹ ਪ੍ਰਚਲਿਤ ਵਰਤਿਆ ਗਿਆ ਹੈ।
ਆਮ ਕਰਕੇ ਉਹਨਾਂ ਦਿਨਾਂ ਦੇ ਵਿੱਚ ਇਹ ਗੱਲ ਪ੍ਰਚਲਿਤ ਸੀ ਕਿ ਜਿਹੜਾ ਮਨੁੱਖ 84 ਲੱਖ ਜਿਹੜੀ ਜੂਨਾਂ ਭੋਗਣ ਤੋਂ ਬਾਅਦ ਆ ਜਿਹੜੀ 84 ਲੱਖ ਜੂਨ ਬਣਦੀ ਹੈ, ਅਖੀਰਲੀ ਜੂਨ ਉਹ ਮਨੁੱਖਾ ਜੂਨ ਹੈ, ਤੇ ਫਿਰ ਕਿਤੇ ਜਾ ਕੇ ਮਨੁੱਖ ਨੂੰ ਆ ਸਰੀਰ ਮਿਲਦਾ ਹੈ। ਸਤਿਗੁਰੂ ਜੀ ਕਹਿੰਦੇ ਇਹ ਗੱਲ ਠੀਕ ਹੈ, ਮੰਨ ਲੈਨੇ। ਸਤਿਗੁਰੂ ਨੇ ਨਾ ਨਹੀਂ ਕੀਤੀ, ਖੰਡਨ ਨਹੀਂ ਕੀਤਾ ਕਿ ਨਹੀਂ ਵੀ 84 ਲੱਖ ਜੂਨਾਂ ਹੈਗੀਆਂ ਹੀ ਨਹੀਂ ਹਨ। ਸਤਿਗੁਰੂ ਜੀ ਕਹਿੰਦੇ ਕੱਲੀਆਂ 84 ਲੱਖ ਨਹੀਂ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮਾਂ ਦੇ ਵਿੱਚ ਉਹ 84 ਦਾ 85 ਵੀ ਹੋ ਜਾਂਦਾ ਹੈ, ਤੇ ਕਈ ਦੇ ਵਿੱਚ ਜਿਹੜਾ ਉਹ 84 ਤੋਂ ਜਿਹੜਾ ਵਾ ਕਈ ਗੁਣਾ ਗਾਹ ਵੱਧ ਵੀ ਜਾਂਦਾ ਤੇ ਕਈ ਗੁਣਾ ਘਟ ਵੀ ਜਾਂਦਾ ਹੈ। ਕਿਉਂਕਿ ਮਨੁੱਖਾ ਸਰੀਰ ਮਿਲ ਲੱਗਿਆ ਜ਼ਰੂਰੀ ਨਹੀਂ ਕਿ ਮਨੁੱਖ ਨੂੰ 84 ਲੱਖ ਜੂਨਾਂ ਭੁਗਤਣੀਆਂ ਪੈਣਗੀਆਂ। ਇਹਦੇ ਵਿੱਚ ਬਾਣੀ ਵਿੱਚ ਸਤਿਗੁਰੂ ਨੇ ਸਪਸ਼ਟ ਤੌਰ ਤੇ ਕਿਹਾ ਹੋਇਆ ਹੈ, ਪੂਰਬ ਕਰਮ ਅੰਕੁਰ ਜਾ ਪ੍ਰਗਟੇ। ਜਦੋਂ ਪੂਰਬਲਾ ਕਰਮ ਕੋਈ ਚੰਗਾ ਪ੍ਰਗਟ ਹੋ ਗਿਆ, ਉਹ ਅੰਕੁਰ ਪ੍ਰਗਟ ਹੋ ਗਿਆ, ਉਦੋਂ ਮਨੁੱਖਾ ਜਿਹੜੀ ਦੇਹ ਮਿਲਦੀ ਹੈ ਉਹ ਭਾਵੇਂ 10 ਜੂਨਾਂ ਦੇ ਬਾਅਦੋਂ ਮਿਲ ਜਾਵੇ ਤੇ ਭਾਵੇਂ 10 ਲੱਖ 1000 ਜੂਨਾਂ ਭੁਗਤਣ ਤੋਂ ਬਾਅਦ ਮਿਲੇ। ਇਹ ਜਿਹੜਾ ਮਨੁੱਖ ਜਿਹੜਾ ਇੰਨੀਆਂ ਜੂਨਾਂ ਵੀ ਭੋਗ ਸਕਦਾ ਹੈ, ਇਹ ਜਿਹੜੀ ਤਾਕਤ, ਇਹ ਸਮਰੱਥਾ ਇਹ ਕੇਵਲ ਪ੍ਰਮਾਤਮਾ ਹੀ ਜਾਣਦਾ ਹੈ। ਪਰ ਜੇ ਗਿਣਤੀ ਮਿੰਤੀ ਵਿੱਚ ਪਿਆ ਜਾਵੇ ਕਿ ਨਹੀਂ 84 ਲੱਖ ਜੂਨਾਂ ਹੀ ਹਨ, 84 ਲੱਖ ਤੋਂ ਵੱਧ ਨਹੀਂ ਹੈਗੀਆਂ, ਤੇ ਸਤਿਗੁਰੂ ਜੀ ਨੇ ਫਿਰ ਉਹਨਾਂ ਮਨੁੱਖਾਂ ਨੂੰ ਸੁਚੇਤ ਕਰਦਿਆਂ ਹੋਇਆ ਕਿਹਾ ਹੈ ਕਿ ਨਹੀਂ ਭਲਿਓ, 84 ਲੱਖ ਤੁਸੀਂ ਕਹਿੰਦੇ ਜੇ ਠੀਕ ਜੇ, ਤੇ ਹੈਗੀਆਂ ਵੀ ਹਨ, ਪਰ ਜੇ 84 ਲੱਖ ਤੇ ਸੀਮਤ ਜੇ ਫਿਰ ਤੁਸੀਂ ਭਰਮ ਦੇ ਵਿੱਚ ਜੇ, ਕਿਉਂਕਿ 84 ਤੋਂ ਵੱਧ ਵੀ ਕਈ ਜੂਨਾਂ ਪ੍ਰਮਾਤਮਾ ਨੇ ਪੈਦਾ ਕੀਤੀਆਂ ਹਨ, ਜਿਨ੍ਹਾਂ ਨੂੰ ਨਾ ਮਨੁੱਖ ਵੇਖ ਸਕਦਾ ਹੈ, ਨਾ ਮਨੁੱਖ ਗਿਣਤੀ ਦੇ ਵਿੱਚ ਲਿਆ ਸਕਦਾ ਹੈ। ਕਿਉਂਕਿ ਇੱਕ ਵਿਦਵਾਨ ਨੇ ਸਵਾਲ ਕੀਤਾ ਸੀ, ਉਹ ਕਹਿੰਦੇ ਜਿਵੇਂ ਸਾਇੰਸ ਜਿਹੜੀ ਤਰੱਕੀ ਕਰ ਰਹੀ ਹੈ, ਸਾਇੰਸ ਕਹਿ ਰਹੀ ਹੈ ਕਿ ਅੱਜ ਇੰਨੀਆਂ ਜੂਨਾਂ ਲੱਭ ਰਹੀਆਂ ਹਨ, ਤੇ ਜੂਨਾਂ ਦੇ ਉਹਨਾਂ ਨੇ ਨਾਮ ਵੀ ਦੱਸ ਦਿੱਤੇ ਹਨ ਕਿ ਫਲਾਣੀ ਜੂਨ ਦਾ ਨਾਮ ਆ ਹੈ, ਫਲਾਣੀ ਜੂਨ ਦਾ ਨਾਮ ਆ ਹੈ। ਕਹਿੰਦੇ ਜੇ ਮੰਨ ਲਵੋ ਉਹ 84 ਲੱਖ ਤੋਂ ਇੱਕ ਜੂਨ ਵੱਧ ਲੱਭ ਲਵੇ ਤਾਂ ਬਾਣੀ ਫਿਰ ਝੂਠੀ ਹੋ ਜਾਵੇਗੀ, ਕਿਉਂਕਿ ਬਾਣੀ ਦੇ ਵਿੱਚ ਬੜੇ ਸ਼ਬਦ ਆਉਣੇ 84 ਲੱਖ ਜੂਨ ਉਪਾਈ, ਤੇ ਜੇ 84 ਲੱਖ ਤੋਂ ਇੱਕ ਜੂਨ ਵੀ ਵੱਧ ਲੱਭ ਗਈ ਤੇ ਕੀ ਬਾਣੀ ਝੂਠੀ ਹੋ ਜਾਵੇਗੀ? ਤੇ ਸਤਿਗੁਰੂ ਜੀ ਦਾ ਜਵਾਬ ਦਿੰਦੇ ਹਨ ਕਿ ਨਹੀਂ, ਬਾਣੀ ਝੂਠੀ ਨਹੀਂ ਹੋਵੇਗੀ, ਕਿਉਂਕਿ ਕੇਤੀਆਂ ਖਾਣੀ, ਕੇਤੀਆਂ ਬਾਣੀ ਜਿਹੜੀਆਂ ਖਾਣੀਆਂ ਹਨ, 4 ਤਰੀਕਿਆਂ ਨਾਲ ਜਿਹੜਾ ਪਰਮਾਤਮਾ ਦੇ ਵੱਲੋਂ ਮਨੁੱਖ ਜੀਵ ਜੰਤੂ ਪੈਦਾ ਕੀਤੇ ਜਾਂਦੇ ਹਨ, ਉਹ ਕੇਤੀਆਂ ਹਨ। ਤੇ ਕੇਤੀਆਂ ਜਿਹੜੀਆਂ ਉਹ ਗਿਣਤੀ ਵਿੱਚ ਨਹੀਂ ਆਉਂਦੀਆਂ ਹੁੰਦੀਆਂ, ਕੇਤੀਆਂ ਜਿਹੜੀਆਂ ਗਿਣਤੀ ਤੋਂ ਗਾਹ ਲੱਗ ਜਾਂਦੀਆਂ ਹਨ। ਜਿਸ ਕਰਕੇ ਸਤਿਗੁਰੂ ਜੀ ਦੀ ਬਾਣੀ ਹਰੇਕ ਸਵਾਲ ਦਾ ਜਵਾਬ ਦਿੰਦੀ ਹੈ ਅਤੇ ਨਿਰਉੱਤਰ ਕਰ ਦਿੰਦੀ ਹੈ ਕਿ ਤੁਸੀਂ ਭੁਲੇਖੇ ਵਿੱਚ ਜੇ, ਅਸਲ ਗੱਲ ਅਸਲ ਵਿੱਚ ਆ ਜਿਹੜੀ ਹੈ। ਬਾਣੀ ਦੇ ਵਿੱਚ ਸਤਿਗੁਰੂ ਜੀ ਨੇ ਗਿਣਤੀ ਦੀ ਕੋਈ ਸੀਮਾ ਨਹੀਂ ਰੱਖੀ ਕਿ ਫਲਾਣੀ ਚੀਜ਼ ਦੀ ਜਿਹੜੀ ਗਿਣਤੀ ਇੰਨੀ ਹੈ ਜਾਂ ਇਥੋਂ ਤੱਕ ਹੀ ਸੀਮਤ ਹੈ। ਹਰੇਕ ਚੀਜ਼ ਨੂੰ ਸਤਿਗੁਰੂ ਜੀ ਨੇ ਵਰਤਿਆ ਹੈ ਬਾਣੀ ਵਿੱਚ, 84 ਸ਼ਬਦ ਵਰਤਿਆ, ਪਰ ਨਾਲ ਸੁਚੇਤ ਕਰ ਦਿੱਤਾ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਗ ਜੋਇਓ, ਮਿਲਜਗ ਦੇਸ ਮਰਨ ਕੀ ਬਰੀਆ, ਚਿਰੰਕਾਲ ਮਿਲ ਦੇਸ ਸੰਜਰੀਆ। ਕਹਿੰਦੇ ਚਿਰੰਕਾਲ ਤੋਂ ਪਾਵ ਕੇ ਕਈ ਚਿਰਾਂ ਬਾਅਦਾ, ਕਈ ਸਮਾਂ ਲੰਘਾਉਣ ਤੋਂ ਬਾਅਦਾ ਇਹ ਮਨੁੱਖਾ ਦੇਹੀ ਮਿਲੀ ਹੈ। ਭਾਈ ਰਤਨ ਸਿੰਘ ਜੀ ਕਹਿੰਦੇ ਹਨ, ਕੋ ਕਹੈ ਸਿੰਘ 40 ਕੋ ਕਹੈ ਸਿੰਘ ਬਹੁ ਪੈ ਮਾਰ। ਕਈ ਕਹਿੰਦੇ ਬੜੇ ਮਰੇ ਹਨ ਇਸ ਘੱਲੂਘਾਰੇ ਵਿੱਚ, ਉਹ ਗਿਣਤੀ ਦਾ ਕੋਈ ਵੀ ਅੰਦਾਜ਼ਾ ਨਹੀਂ ਦੱਸਦੇ, ਕਿਉਂਕਿ ਗਿਣਤੀ ਦੇ ਚੱਕਰਾਂ ਵਿੱਚ ਜਿਹੜਾ ਵਾ ਉਹ ਨਹੀਂ ਹੋ ਪੈਂਦੇ, ਕਿਉਂਕਿ ਉਹਨਾਂ ਗਿਣਤੀ ਨੂੰ ਉਹਨਾਂ ਨਹੀਂ ਸਮਝਿਆ ਕਿ ਕਿੰਨੀ ਗਿਣਤੀ ਹੋਈ ਹੈ। ਜਿਸ ਕਰਕੇ ਉਹਨਾਂ ਨੇ ਕੇਵਲ ਸ਼ਬਦ ਵਰਤ ਦਿੱਤਾ ਹੈ ਕਿ ਕੋ ਤੋਂ ਭਾਵ ਕਿ ਕਈਆਂ ਦਾ ਨੁਕਸਾਨ ਜਿਹੜਾ ਜਾਨੀ ਅਤੇ ਮਾਲੀ ਇਸ ਛੋਟੇ ਘੱਲੂਘਾਰੇ ਦੇ ਵਿੱਚ ਹੋਇਆ ਹੈ, ਤੇ ਕਈ ਕਿੰਨੇ ਹਨ ਇਹਨਾਂ ਦਾ ਅੰਦਾਜ਼ਾ ਮਨੁੱਖ ਨਹੀਂ ਲਾ ਸਕਦਾ। ਕੋ ਕਹੈ ਸਿੰਘ 40 ਸਾਰੇ, ਕੋ ਕਹੈ ਸਿੰਘ 40 ਸਾਰੇ। ਤੇ ਹੁਣ ਕਈਆਂ ਦੀ ਇਹ ਵੀ ਮੱਤ ਹੈ, ਕਈਆਂ ਦੀ ਇਹ ਵੀ ਖੋਜ ਕਹਿੰਦੀ ਹੈ ਕਿ ਉਸ ਛੋਟੇ ਘੱਲੂਘਾਰੇ ਵਿੱਚ ਜਿਹੜੇ ਸ਼ਹਾਦਤ ਪਾਉਣ ਵਾਲੇ ਸਿੱਖ ਹਨ, ਉਹਨਾਂ ਦੀ ਗਿਣਤੀ ਕੇਵਲ ਕੱਲੀ 40 ਹੈ, 40 ਤੋਂ ਵੱਧ ਉਹਨਾਂ ਦੀ ਹੈ ਨਹੀਂ। ਇਹ ਉਹਨਾਂ ਵਿਦਵਾਨਾਂ ਦੀ ਰਾਏ ਹੈ ਜਿਨ੍ਹਾਂ ਨੂੰ 40 ਤੱਕ ਹੀ ਖੋਜ ਮਿਲੀ ਹੈ, ਉਹ ਅੱਗੇ ਖੋਜ ਨਹੀਂ ਕਰ ਸਕੇ। ਇਨਮੈ ਬਚੇ ਸੇ 7 ਕੋ ਸਾਰੇ, ਇਨਮੈ ਬਚੇ ਸੇ 7 ਕੋ ਸਾਰੇ।
ਤੇ ਕਹਿੰਦੇ ਸਿਰਫ ਇਸ ਛੋਟੇ ਘਾਰੇ ਦੇ ਵਿੱਚ 7 ਸਿੱਖ ਬਚੇ ਹਨ। ਬਾਕੀ ਸਾਰੇ ਦੇ ਸਾਰੇ ਜਿਹੜੇ 40 ਸਿੱਖ ਸਨ ਉਹ ਸਾਰੇ ਦੇ ਸਾਰੇ ਸ਼ਹੀਦ ਹੋ ਗਏ ਤੇ 7 ਬਚੇ ਹਨ। ਪਰ ਜਿਹੜਾ ਇਤਿਹਾਸ ਖੋਜਕ ਜਿਹੜਾ ਬਹੁਤਾਤ ਵਿੱਚ ਜਿਹੜਾ ਪਲੜਾ ਭਾਰੀ ਹੈ ਉਹ ਕਹਿੰਦੇ ਹਨ ਕਿ ਨਹੀਂ, 3000 ਦੇ ਕਰੀਬ ਇਸ ਛੋਟੇ ਘਾਰੇ ਦੇ ਵਿੱਚ ਸਿੱਖਾਂ ਦੀ ਜਿਹੜੀ ਉਹ ਜਾਨ ਬਚੀ ਹੈ। 7000 ਤੋਂ ਲੈ ਕੇ 10000 ਦੇ ਕਰੀਬ ਲਗਭਗ ਹੈ, ਭਾਵ ਕਿ ਕੋਈ ਉਹਨਾਂ ਨੇ ਮੋਹਰ ਨਹੀਂ ਲਾ ਦਿੱਤੀ ਕਿ ਇੰਨੇ ਹੀ ਹਨ। ਉਹ ਵੀ ਜਿਹੜੇ ਲਗਭਗ ਸ਼ਬਦ ਵਰਤਦੇ ਹਨ ਕਿ ਘਟ ਵੀ ਸਕਦੇ ਹਨ ਤੇ ਵੱਧ ਵੀ ਸਕਦੇ ਹਨ। ਇਹਦੇ ਬਾਰੇ ਵੀ ਜਿਹੜਾ ਉਹਨਾਂ ਪੱਕਾ ਸਬੂਤ ਨਹੀਂ ਦਿੱਤਾ, ਪੱਕੀ ਮੋਹਰ ਨਹੀਂ ਲਾ ਦਿੱਤੀ ਕਿ ਬਸ ਇੱਥੋਂ ਤੱਕ ਹੀ ਸੀਮਿਤ ਹੈ। ਉਹ ਵੀ ਇੱਥੇ ਗੱਲ ਜਿਹੜੀ ਕਰ ਦਿੰਦੇ ਹਨ ਕਿ ਜੇ ਕੋਈ ਕੱਲ ਨੂੰ ਵਿਦਵਾਨ ਉੱਠਦਾ ਹੈ, ਕੱਲ ਨੂੰ ਕੋਈ ਖੋਜੀ ਉੱਠਦਾ ਹੈ ਤੇ ਉਹ ਛੋਟੇ ਘਾਰੇ ਵਿੱਚ ਜਿਹੜਾ ਖੋਜ ਕਰੇ, ਇਹਦਾ ਅਧਿਐਨ ਕਰੇ, ਉਹਨੂੰ ਗਿਣਤੀ ਜਿਹੜਾ ਵਾ ਉਹ 3000 ਤੋਂ ਵੱਧ ਵੀ ਹੋ ਸਕਦੀ ਹੈ ਅਤੇ ਉਹ 3000 ਤੋਂ ਕਈ ਗੁਣਾ ਜਿਹੜਾ ਘਟ ਵੀ ਸਕਦੀ ਹੈ, ਕਿਉਂਕਿ ਇਤਿਹਾਸ ਜਿਹੜਾ ਹਮੇਸ਼ਾ ਖੋਜ ਦਾ ਮੁਹਤਾਜ ਹੈ। ਜਿਸ ਕਰਕੇ ਕਈ ਸਿੱਖ ਕਹਿੰਦੇ ਹਨ ਕਿ 40 ਸਿੱਖ ਸ਼ਹਾਦਤ ਦਾ ਜਾਮ ਪੀਤਾ ਹੈ ਤੇ ਕਈ ਕਹਿੰਦੇ ਹਨ ਕਿ ਸਿਰਫ ਇਸ ਛੋਟੇ ਘਾਰੇ ਵਿੱਚ 7 ਸਿੱਖ ਹੀ ਬਚੇ ਹਨ। ਕੋ ਕਹੈ ਦਲ ਆਹੇ 50, ਕੋ ਕਹੈ ਦਲ ਆਹੇ 50। ਤੇ ਕਈ ਗੱਲ ਇਹ ਵੀ ਕਹਿ ਦਿੰਦੇ ਹਨ ਕਿ ਸਿਰਫ ਇਸ ਛੋਟੇ ਘਾਰੇ ਵਿੱਚ 50 ਸਿੱਖ ਹੀ ਜੂਝੇ ਹਨ। ਸਿਰਫ ਗਿਣਤੀ ਦੇ 50 ਸਿੱਖ ਸਨ, ਜਿਨ੍ਹਾਂ ਵਿੱਚੋਂ 7 ਬਚ ਗਏ। 40 + 3 ਜਿਹੜੇ ਹਨ ਉਹਨਾਂ ਨੇ ਸ਼ਹਾਦਤ ਦਾ ਜਾਮ ਪੀ ਲਿਆ। ਕਈ ਇਸ ਗੱਲ ਨੂੰ ਲਿਖਦੇ ਹਨ, ਮੈਂ ਭਇਓ 40 ਕੋ ਨਾਸ, ਜਿਨਮੇ ਭਇਓ 40 ਕੋ ਨਾਸ। ਉਹਨਾਂ ਵਿੱਚੋਂ 40 ਦਾ ਜਿਹੜਾ ਵਾ ਉਹ ਨਾਸ਼ ਹੋ ਗਿਆ। ਨਾਸ਼ ਤੋਂ ਭਾਵ ਕਿ ਉਹਨਾਂ ਨੇ ਸ਼ਹਾਦਤ ਦਾ ਜਾਮ ਪੀ ਲਿਆ। ਕੋ ਕਹੈ ਸਿੰਘ ਹੋਤੇ ਕਣੇ, ਕੋ ਕਹੇ ਸਿੰਘ ਹੋਤੇ ਕਣੇ। ਕਈ ਸਿੰਘ ਕਹਿੰਦੇ ਹਨ ਕਿ ਨਹੀਂ, ਗਿਣਤੀ ਬਹੁਤ ਜ਼ਿਆਦੀ ਹੈ, ਉਹਨਾਂ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਭਰਤ ਨਹੀਂ ਜੇ ਮੂਏ ਗਨੇ, ਭਰਤ ਨਹੀਂ ਜੇ ਮੂਏ ਗਣੇ। ਭਾਈ ਰਤਨ ਸਿੰਘ ਜੀ ਕਹਿੰਦੇ ਹਨ ਮੈਂ ਵੀ ਉਹਨਾਂ ਦੀ ਗਿਣਤੀ ਜਿਹੜੀ ਗਿਣ ਕੇ ਨਹੀਂ ਦੱਸ ਸਕਦਾ ਕਿ ਕਿੰਨੀ ਕੁ ਜਿਹੜੀ ਉਹਨਾਂ ਦੀ ਗਿਣਤੀ ਹੋਈ ਹੈ। ਬਸ ਮੈਨੂੰ ਵੀ ਜੋ ਦੱਸਿਆ ਹੈ ਮੈਂ ਉਹਨਾਂ ਹੀ ਇਹਦੇ ਗ੍ਰੰਥ ਵਿੱਚ ਲਿਖ ਦਿੱਤਾ ਹੈ। ਸੋ ਲਿਖ ਦੀਨੀ ਜੋ ਹਮ ਸੁਨੀ, ਸੋ ਲਿਖ ਦੀਨੀ ਜੋ ਹਮ ਸੁਣੀ। ਕਿਉਂਕਿ ਜੋ ਮੈਂ ਸੁਣਿਆ ਹੈ ਉਹ ਕੁਝ ਮੈਂ ਲਿਖਿਆ ਹੈ। ਜਿੱਦਾਂ ਮੈਨੂੰ ਮੇਰੇ ਵੱਡੇ ਵਡੇਰਿਆਂ ਨੇ ਦੱਸਿਆ ਹੈ ਉਦਾਂ ਹੀ ਮੈਂ ਬਸ ਲਿਖਿਆ ਹੈ। ਭਰਤ ਨਹੀਂ ਕੁਛ ਗਿਣਤੀ ਗਣੀ, ਭਰਤ ਨਹੀਂ ਕੁਛ ਗਿਣਤੀ ਗਣੀ। ਗਿਣਤੀ ਬਾਰੇ ਜਿਹੜਾ ਵਾ ਕੁਝ ਵੀ ਦੱਸਿਆ ਨਹੀਂ ਜਾ ਸਕਦਾ ਕਿ ਕਿੰਨੀ ਕੁ ਗਿਣਤੀ ਵਿੱਚ ਸਿੱਖ ਬਚੇ ਹਨ, ਕਿੰਨੀ ਕੁ ਗਿਣਤੀ ਵਿੱਚ ਸਿੱਖਾਂ ਨੇ ਸ਼ਹਾਦਤ ਦਾ ਜਾਮ ਪੀਤਾ ਹੈ। ਜੋ ਮੋਹਿ ਪਿਤਾ ਤੁਮਹੁ ਸੁਨਾਇਓ, ਜੋ ਮੋਹਿ ਪਿਤਾ ਤੁਮਹੁ ਸੁਨਾਇਓ। ਜੋ ਮੇਰੇ ਪਿਤਾ ਭਾਈ ਰਾਏ ਸਿੰਘ ਨੇ ਸੁਣਾਇਆ ਤੇ ਜੋ ਭਾਈ ਰਾਏ ਸਿੰਘ ਨੂੰ ਪਤਾ ਲੱਗਾ ਉਹਨਾਂ ਨੇ ਉਸੇ ਤਰੀਕੇ ਨਾਲ ਭਾਈ ਰਤਨ ਸਿੰਘ ਜੀ ਨੂੰ ਦੱਸਿਆ ਤੇ ਭਾਈ ਰਤਨ ਸਿੰਘ ਜੀ ਨੇ ਉਸੇ ਤਰੀਕੇ ਨਾਲ ਇਸ ਗ੍ਰੰਥ ਦੇ ਵਿੱਚ ਲਿਖ ਦਿੱਤਾ। ਰਤਨ ਸਿੰਘ ਨੇ ਸੋ ਲਿਖਾਇਓ, ਰਸਮਤ ਸਿੰਘ ਮੈਂ ਸੋ ਲਿਖਾਇਓ। ਕਹਿੰਦੇ ਭਾਈ ਰਤਨ ਸਿੰਘ ਜੀ ਕਹਿੰਦੇ ਬਸ ਉਹ ਕੁਝ ਹੀ ਮੈਂ ਇਹਦੇ ਵਿੱਚ ਲਿਖ ਦਿੱਤਾ ਹੈ ਤੇ ਉਹ ਕੁਝ ਹੀ ਮੈਂ ਕੈਪਟਨ ਮਰੇ ਨੂੰ ਲਿਖਾਇਆ ਹੈ, ਕਿਉਂਕਿ ਇਹ ਸਾਰਾ ਪ੍ਰਸੰਗ ਉਸ ਅੰਗਰੇਜ਼ ਨੂੰ ਦੱਸਿਆ ਜਾ ਰਿਹਾ ਹੈ ਜਿਹੜਾ ਅੰਗਰੇਜ਼ ਸਿੱਖਾਂ ਦੇ ਇਤਿਹਾਸ ਨੂੰ ਖੋਜ ਰਿਹਾ ਹੈ। ਕਿਉਂਕਿ ਜਦੋਂ ਆਪਾਂ ਇਹ ਜਿਹੜਾ ਗ੍ਰੰਥ ਸ਼ੁਰੂ ਕੀਤਾ ਸੀ ਉਦੋਂ ਆਪਾਂ ਪਹਿਲੇ ਦਿਨ ਵਿਚਾਰਿਆ ਸੀ ਕਿ ਇੱਕ ਕੈਪਟਨ ਮਰੇ ਜੋ ਅੰਗਰੇਜ਼ ਹੈ ਉਹ ਲੁਧਿਆਣੇ ਕਚਹਿਰੀ ਦੇ ਵਿੱਚ ਆਇਆ ਤੇ ਭਾਈ ਰਤਨ ਸਿੰਘ ਜੀ ਵੀ ਉੱਥੇ ਪਹੁੰਚੇ ਤੇ ਇੱਕ ਬੂਟਾ ਮੌਲਵੀ ਉਹਨੇ ਜਿਹੜਾ ਸਿੱਖਾਂ ਦਾ ਇਤਿਹਾਸ ਉਸ ਕੈਪਟਨ ਮਰੇ ਨੂੰ ਲਿਖਾਇਆ ਸੀ, ਜਿਸ ਨੂੰ ਭਾਈ ਰਤਨ ਸਿੰਘ ਨੇ ਪੜ੍ਹਿਆ, ਵੇਖਿਆ, ਘੋਖਿਆ ਤੇ ਮੁੜ ਕੇ ਫਿਰ ਕੈਪਟਨ ਮਰੇ ਨੂੰ ਦੱਸਿਆ ਕਿ ਜੋ ਬੂਟਾ ਮੌਲਵੀ ਨੇ ਤੁਹਾਨੂੰ ਇਹ ਇਤਿਹਾਸ ਸਿੱਖਾਂ ਦਾ ਲਿਖਾਇਆ ਹੈ ਇਹਦੇ ਵਿੱਚ ਬਹੁਤ ਜ਼ਿਆਦੀਆਂ ਕਮੀਆਂ ਹਨ। ਜੋ ਸੱਚਾਈ ਹੈ ਉਹ ਤੁਹਾਨੂੰ ਮੈਂ ਦੱਸਦਾ ਹਾਂ ਕਿਉਂਕਿ ਮੈਂ ਆਪਣੇ ਪਿਤਾ ਜੀ ਕੋਲੋਂ ਸੁਣਿਆ ਹੋਇਆ ਹੈ। ਤੇ ਭਾਈ ਰਤਨ ਸਿੰਘ ਜੀ ਨੇ ਫਿਰ ਕੈਪਟਨ ਮਰੇ ਨੂੰ ਜੋ ਕੁਝ ਉੱਥੇ ਦੱਸਿਆ ਉਹ ਕੁਝ ਜਿਹੜਾ ਇਸ ਗ੍ਰੰਥ ਦੇ ਵਿੱਚ ਲਿਖ ਦਿੱਤਾ। ਦੋਹਰਾ ਸੰਮਤ 18 ਸਹਿਬ ਤੋਂ ਉੱਪਰ 300 ਸਾਲ, ਸੰਮਤ 18 ਸਹਿਬ ਤੋਂ ਉੱਪਰ 300 ਸਾਲ। ਸੰਮਤ 1803 ਈਸਵੀ ਬਣਦੀ ਹੈ 1746।
1746 ਈਸਵੀ ਦੇ ਵਿੱਚ ਕਾਹਨੂਵਾਲ ਦੇ ਸ਼ੰਭਾਂ ਦੇ ਵਿੱਚ ਇਹ ਜਿਹੜਾ ਛੋਟਾ ਘੱਲੂਘਾਰਾ ਵਾਪਰਿਆ। ਘੱਲੂਘਾਰੋ ਵੱਢ ਕਰਿਓ ਤੁਰਕਨ ਸਿੰਘਨ ਨਾਲ। ਘੱਲੂਘਾਰੋ ਵੱਢ ਕਰਿਓ ਤੁਰਕਨ ਸਿੰਘਨ ਨਾਲ। ਭਾਈ ਰਤਨ ਸਿੰਘ ਜੀ ਕਹਿੰਦੇ ਹਨ ਤੁਰਕਾਂ ਤੇ ਸਿੰਘਾਂ ਦੇ ਵਿੱਚ ਇਹ ਜਿਹੜਾ ਘੱਲੂਘਾਰਾ ਵਾਪਰਿਆ, ਤੁਰਕਾਂ ਦੇ ਵੱਲੋਂ ਸਿੱਖਾਂ ਨੂੰ ਵੱਢਿਆ ਗਿਆ, ਮਾਰਿਆ ਗਿਆ, ਇਹਨਾਂ ਨੂੰ ਖਤਮ ਕਰਨ ਦਾ ਯਤਨ ਕੀਤਾ ਗਿਆ। ਲਖਪਤ ਰਾਏ ਦੀ ਅਗਵਾਈ ਦੇ ਵਿੱਚ ਲਾਹੌਰ ਤੋਂ ਫੌਜ ਆਈ, ਜਹੀਆ ਖਾਨ ਨੇ ਭੇਜੀ ਪੂਰੇ ਪ੍ਰਬੰਧ ਦੇ ਨਾਲ। ਵੱਖ-ਵੱਖ ਨਗਰਾਂ ਤੋਂ ਫੌਜ ਆਈ, ਵੱਖ-ਵੱਖ ਨਗਰਾਂ ਤੋਂ ਜਰਨੈਲ ਲਿਆਂਦੇ ਗਏ। ਰਸਤ ਪਾਣੀ, ਅਸਲਾ, ਬਰੂਦ, ਹਰੇਕ ਚੀਜ਼ ਦਾ ਪ੍ਰਬੰਧ ਕਰਕੇ ਸਿੱਖਾਂ ਨੂੰ ਘੇਰਾ ਪਾ ਕੇ ਉਹਨਾਂ ਦਾ ਸਰਵਨਾਸ਼ ਕਰਨ ਵਾਸਤੇ ਤੁਰਕਾਂ ਨੇ ਸਿੱਖਾਂ ਨੂੰ ਜਿਹੜਾ ਮਾਰਨ ਦਾ ਇਹ ਯਤਨ ਕੀਤਾ, ਜਿਸ ਵਿੱਚ ਸਿੱਖਾਂ ਦਾ ਨੁਕਸਾਨ ਹੋਇਆ, ਜਾਨੀ ਨੁਕਸਾਨ ਵੀ ਹੋਇਆ ਤੇ ਮਾਲੀ ਨੁਕਸਾਨ ਵੀ ਸਿੱਖਾਂ ਦਾ ਹੋਇਆ, ਜਿਹਦੇ ਬਾਰੇ ਵਿਦਵਾਨਾਂ ਦੀ ਗਿਣਤੀ ਵੱਖ-ਵੱਖ ਹੈ। ਇਹ ਛੋਟਾ ਘੱਲੂਘਾਰਾ ਕਾਹਨੂਵਾਲ ਦੇ ਸ਼ੰਭਾਂ ਦੇ ਵਿੱਚ 1746 ਨੂੰ ਵਾਪਰਿਆ। ਅਗਲੇਰੇ ਪ੍ਰਸੰਗ ਨੂੰ ਭਾਈ ਰਤਨ ਸਿੰਘ ਜੀ ਭੰਗੂ ਕਿਵੇਂ ਕਲਮਬੰਦ ਕਰਦੇ ਹਨ, ਉਹ ਵਿਚਾਰ ਆਪਾਂ ਕੱਲ ਨੂੰ ਕਰਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ। ਆਪਣਾ ਨਾਮ ਦੇਵੋ, ਆਪਣਾ ਨਾਮ ਦੇਵੋ, ਆਪਣਾ ਨਾਮ